ਸਰਾਏ ਨਾਗਾ ਐਨਕਾਊਂਟਰ ਨੂੰ ਲੈ ਕੇ ਨਿਹੰਗ ਮੱਘਰ ਸਿੰਘ ਦਾ ਵੱਡਾ ਖੁਲਾਸਾ ਕਿਹਾ। ਅਸੀਂ 8 ਸਿੰਘਾਂ ਨੇ ਕੀਤਾ ਸੀ ਸਰੈਂਡਰ। ਆਤਮ ਸਮਰਪਣ ਤੋਂ ਬਾਅਦ 4 ਨੂੰ ਮਾਰ ਦਿੱਤੀ ਗਈ ਸੀ ਗੋਲੀ। ਸਿਮਰਨਜੀਤ ਸਿੰਘ ਮਾਨ ਦੀ ਟੀਮ ਨੇ ਕੀਤਾ ਸੀ ਐਨਕਾਊਂਟਰ। ਧਰਮ ਪ੍ਰਚਾਰ ਨੂੰ ਲੈ ਕੇ ਆਮੋ ਸਾਹਮਣੇ ਐਸਜੀਪੀਸੀ ਅਤੇ ਦਿੱਲੀ ਕਮੇਟੀ। ਡੀਆਈਜੀਐਮਸੀ ਨੇ ਅੰਮ੍ਰਿਤਸਰ 'ਚ ਖੋਲ੍ਹਿਆ ਧਰਮ ਪ੍ਰਚਾਰ ਦਾ ਦਫ਼ਤਰ। ਪ੍ਰਧਾਨ ਹਰਮੀਤ ਕਾਲਕਾ ਬੋਲੇ, ਸਿੱਖਾਂ ਦਾ ਧਰਮ ਪਰਿਵਰਤਨ ਰੋਕਣ ਦੇ ਵਿੱਚ ਨਾਕਾਮ ਰਹੀ ਹੈ ਸ਼੍ਰੋਮਣੀ ਕਮੇਟੀ। ਅਫਗਾਨਿਸਤਾਨ ਤੋਂ ਆਇਆ ਸਿੱਖਾਂ ਦਾ ਜੱਥਾ, 30 ਸਿੱਖਾਂ ਦੇ ਜੱਥੇ 'ਚ ਬੱਚੇ ਵੀ ਸ਼ਾਮਲ। ਸਿੱਖ ਪਰਿਵਾਰ ਬੋਲੇ, ਬੁਰਾ ਦੌਰ ਹੋਇਆ ਖਤਮ। ਪੰਛੀ ਦੇ ਆਜ਼ਾਦ ਹੋਣ ਵਰਗੀ ਹੈ ਦਿਲ 'ਚ ਭਾਵਨਾ। ਕੋਟਕਪੁਰਾ ਗੋਲੀकांड ਮਾਮਲੇ ਦੇ ਵਿੱਚ ਸਾਬਕਾ ਡੀਜੀਪੀ ਸੁਮੇਧ ਸੈਣੀ ਤੋਂ 4 ਘੰਟੇ ਹੋਈ ਪੁੱਛਗਿੱਛ। ਐਲਕੇ ਯਾਦਵ ਦੀ ਅਗਵਾਈ ਵਾਲੀ ਐਸਆਈਟੀ ਨੇ ਕੀਤੇ ਸਵਾਲ ਜਵਾਬ। ਮੁੱਖ ਮੰਤਰੀ ਭਗਵੰਤ ਮਾਨ ਨੇ ਵਿਧਾਇਕਾਂ ਦੇ ਨਾਲ ਕੀਤੀ ਮੀਟਿੰਗ। ਐਮਐਲਏਜ਼ ਦੇ ਵੱਖ-ਵੱਖ ਗਰੁੱਪਾਂ ਦੇ ਨਾਲ ਹੋਇਆ ਮੰਥਨ। ਹਲਕਿਆਂ ਨੂੰ ਲੈ ਕੇ ਲਈ ਗਈ ਫੀਡਬੈਕ। ਵਿਕਾਸ ਕਾਰਜਾਂ ਤੇ ਵੀ ਹੋਈ ਚਰਚਾ। ਸੁਪਰੀਮ ਕੋਰਟ ਨੇ ਮੁਫਤ ਚੋਣ ਵਾਅਦਿਆਂ ਦੇ ਮਾਮਲੇ ਤੇ ਸਪੈਸ਼ਲ ਬਾਡੀ ਬਣਾਉਣ ਦੇ ਲਈ ਕਿਹਾ। ਕੇਂਦਰ ਵਿਰੋਧੀ ਧਿਰ ਅਤੇ ਚੋਣ ਕਮਿਸ਼ਨ ਦੇ ਨੁਮਾਇੰਦੇ ਹੋਣਗੇ ਸ਼ਾਮਲ। 11 ਅਗਸਤ ਨੂੰ ਹੋਵੇਗੀ ਅਗਲੀ ਸੁਣਵਾਈ। ਚੰਡੀਗੜ੍ਹ ਪੀਜੀਆਈ ਦੇ ਵਿੱਚ ਪੰਜਾਬ ਦੇ ਮਰੀਜ਼ਾਂ ਦਾ ਮੁਫਤ ਇਲਾਜ ਬੰਦ। ਪੰਜਾਬ ਸਰਕਾਰ ਨੇ ਨਹੀਂ ਦਿੱਤਾ ਕਰੋੜਾਂ ਦਾ ਬਕਾਇਆ। 1 ਅਗਸਤ ਤੋਂ ਆਯੁਸ਼ਮਾਨ ਸਕੀਮ ਦੇ ਤਹਿਤ ਨਹੀਂ ਹੋ ਰਿਹਾ ਇਲਾਜ। ਖਜ਼ਾਨਾ ਮੰਤਰੀ ਚੀਮਾ ਦਾ ਦਾਅਵਾ, ਪੈਸੇ ਭੇਜ ਦਿੱਤੇ ਨੇ, ਕੱਲ ਤੋਂ ਸ਼ੁਰੂ ਹੋ ਜਾਏਗਾ ਇਲਾਜ। ਬਹਾਦਰਗੜ੍ਹ ਦੀ ਇੱਕ ਫੈਕਟਰੀ ਦੇ ਵਿੱਚ 4 ਮਜ਼ਦੂਰਾਂ ਦੀ ਮੌਤ, 2 ਆਈਸੀਯੂ 'ਚ ਭਰਤੀ। ਗੈਸ ਰਿਸਾਵ ਹੋਣ ਦੇ ਨਾਲ ਵਾਪਰਿਆ ਹਾਦਸਾ। ਪਟਿਆਲਾ 'ਚ ਇੱਕ ਬੱਚੇ ਨੇ 35 ਲੱਖ ਰੁਪਏ ਕੀਤੇ ਚੋਰੀ। ਐਸਬੀਆਈ ਬੈਂਕ ਦੇ ਵਿੱਚੋਂ 35 ਲੱਖ ਰੁਪਏ ਦੇ ਨਾਲ ਭਰਿਆ ਬੈਗ ਲੈ ਕੇ ਹੋਇਆ ਫਰਾਰ। ਸੀਸੀਟੀਵੀ 'ਚ ਕੈਦ ਹੋਈਆਂ ਤਸਵੀਰਾਂ। ਆਪਣੀ ਫਿਲਮ ਲਾਲ ਸਿੰਘ ਚੱਡਾ ਦੀ ਪ੍ਰਮੋਸ਼ਨ ਦੇ ਲਈ ਜਲੰਧਰ ਪਹੁੰਚੇ ਬਾਲੀਵੁੱਡ ਸਟਾਰ ਆਮਿਰ ਖਾਨ। 11 ਤਰੀਕ ਨੂੰ ਰਿਲੀਜ਼ ਹੋਣ ਜਾ ਰਹੀ ਹੈ ਲਾਲ ਸਿੰਘ ਚੱਡਾ। ਕਾਮਨਵੈਲਥ ਗੇਮਸ ਦੇ ਵਿੱਚ ਪੰਜਾਬੀਆਂ ਦਾ ਸ਼ਾਨਦਾਰ ਪ੍ਰਦਰਸ਼ਨ ਜਾਰੀ। ਅੰਮ੍ਰਿਤਸਰ ਦੇ ਵੇਟ ਲਿਫਟਰ ਲਵਪ੍ਰੀਤ ਨੇ ਜਿੱਤਿਆ ਕਾਂਸੀ ਦਾ ਤਮਗਾ। ਹੁਣ ਤੱਕ ਭਾਰਤ ਦੀ ਝੋਲੀ ਦੇ ਵਿੱਚ ਆਏ ਕੁੱਲ 14 ਮੈਡਲ। ਸਤਿ ਸ੍ਰੀ ਅਕਾਲ, ਸਵਾਗਤ ਹੈ। ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ ਹਾਜ਼ਰ ਹਾਂ। ਫਰਕ ਤਾਂ ਪੈਂਦਾ ਹੈ ਲੈ ਕੇ, ਤੇ ਫਰਕ ਤਾਂ ਪੈਂਦਾ ਦੀ ਸ਼ੁਰੂਆਤ ਅਸੀਂ ਕਰਨ ਜਾ ਰਹੇ ਹਾਂ ਉਪ ਰਾਸ਼ਟਰਪਤੀ ਚੋਣਾਂ ਤੋਂ। ਉਪ ਰਾਸ਼ਟਰਪਤੀ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਨੇ ਦਾ ਖੇਡਿਆ। ਵਿਰੋਧੀ ਉਮੀਦਵਾਰ ਦਾ ਸਮਰਥਨ ਆਮ ਆਦਮੀ ਪਾਰਟੀ ਕਰੇਗੀ। ਪੀਏਸੀ ਦੀ ਬੈਠਕ ਦੇ ਵਿੱਚ ਇਹ ਫੈਸਲਾ ਲਿਆ ਗਿਆ। ਮਾਰਗਰੇਟ ਅਲਵਾ ਨੂੰ ਸਮਰਥਨ ਦੇਣ ਦਾ ਫੈਸਲਾ ਲਿਆ ਗਿਆ। ਤੁਹਾਨੂੰ ਦੱਸ ਦਈਏ ਕਿ ਐਨਡੀਏ ਦੇ ਵੱਲੋਂ ਜਗਦੀਪ ਧਨਖੜ ਨੇ ਉਮੀਦਵਾਰ 6 ਅਗਸਤ ਨੂੰ VOTING ਅਤੇ ਕਾਊਂਟਿੰਗ ਹੋਣੀ ਹੈ, ਤੇ ਜਿਹੜੇ ਵਿਰੋਧੀ ਧਿਰ ਦੇ ਆਗੂ ਨੇ ਉਹਨਾਂ ਨੂੰ ਸਮਰਥਨ ਦਾ ਆਮ ਆਦਮੀ ਪਾਰਟੀ ਨੇ ਫੈਸਲਾ ਕੀਤਾ ਹੈ। ਤਾਂ ਵਿਰੋਧੀ ਉਮੀਦਵਾਰ ਦਾ ਸਮਰਥਨ ਕਰੇਗੀ ਆਮ ਆਦਮੀ ਪਾਰਟੀ। ਪੀਏਸੀ ਦੀ ਬੈਠਕ ਦੇ ਵਿੱਚ ਇਹ ਫੈਸਲਾ ਲਿਆ ਗਿਆ। ਮਾਰਗਰੇਟ ਅਲਵਾ ਨੂੰ ਸਮਰਥਨ ਦੇਣ ਦਾ ਫੈਸਲਾ ਲਿਆ ਗਿਆ। ਜੋ ਮਹਾਗਠਜੋੜ ਇੱਕ ਤਰੀਕੇ ਨਾਲ ਵਿਰੋਧੀ ਪਾਰਟੀਆਂ ਦਾ, ਉਸ ਦੇ ਵਿੱਚ ਹੁਣ ਆਮ ਆਦਮੀ ਪਾਰਟੀ ਵੀ ਸ਼ਾਮਲ ਹੋ ਗਈ ਹੈ। ਕਾਬਿਲੇ ਗੌਰ ਇਸ ਤੋਂ ਪਹਿਲਾਂ ਜਿਹੜੀਆਂ ਰਾਸ਼ਟਰਪਤੀ ਦੀਆਂ ਚੋਣਾਂ ਹਾਲ ਹੀ ਦੇ ਵਿੱਚ ਹੋਈਆਂ ਨੇ, ਉਸ ਦੇ ਵਿੱਚ ਵੀ ਵਿਰੋਧੀ ਧਿਰ ਦੇ ਆਗੂ ਨੂੰ ਸਮਰਥਨ ਕਰਨ ਦਾ ਐਲਾਨ ਕੀਤਾ ਗਿਆ ਸੀ ਆਮ ਆਦਮੀ ਪਾਰਟੀ ਦੇ ਵੱਲੋਂ। ਤਾਂ ਇੱਕ ਵਾਰ ਫਿਰ ਤੋਂ ਉਪ ਰਾਸ਼ਟਰਪਤੀ ਦੀ ਚੋਣ ਦੇ ਵਿੱਚ ਵੀ ਜਿਹੜੀ ਆਮ ਆਦਮੀ ਪਾਰਟੀ ਹੈ ਉਹ ਵਿਰੋਧੀ ਧਿਰ ਦੇ ਆਗੂ ਦਾ ਸਮਰਥਨ ਕਰੇਗੀ, ਉਮੀਦਵਾਰ ਦਾ ਸਮਰਥਨ ਕਰੇਗੀ। ਤਾਂ ਸਿੱਧਾ ਮੁਕਾਬਲਾ ਹੈ। ਇੱਕ ਪਾਸੇ ਐਨਡੀਏ ਦੇ ਉਮੀਦਵਾਰ ਨੇ ਤੇ ਦੂਜੇ ਪਾਸੇ ਜਿਹੜੇ ਵਿਰੋਧੀ ਧਿਰਾਂ ਨੇ ਉਹਨਾਂ ਦੇ ਉਮੀਦਵਾਰ ਨੇ। ਮਾਰਗਰੇਟ ਅਲਵਾ ਜੋ ਕਿ ਵਿਰੋਧੀ ਧਿਰਾਂ ਦੇ ਉਮੀਦਵਾਰ ਨੇ, ਜਦਕਿ ਐਨਡੀਏ ਦੇ ਵੱਲੋਂ ਜਗਦੀਪ ਧਨਖੜ ਨੂੰ ਉਮੀਦਵਾਰ ਬਣਾਇਆ ਗਿਆ ਹੈ। ਕਾਬਿਲੇ ਗੌਰ ਇਹ ਵੀ ਹੈ ਕਿ 6 ਅਗਸਤ ਨੂੰ VOTING ਹੋਣ ਜਾ ਰਹੀ ਹੈ। ਸ਼ਨੀਵਾਰ ਨੂੰ VOTING ਹੋਵੇਗੀ, ਉਸੇ ਦਿਨ ਕਾਊਂਟਿੰਗ ਵੀ ਹੋਣੀ ਹੈ। ਉਪ ਰਾਸ਼ਟਰਪਤੀ ਚੋਣਾਂ ਉਸ ਦਿਨ ਹੀ ਐਲਾਨ ਦਿੱਤੇ ਜਾਣਗੇ। ਕਾਬਿਲੇ ਗੌਰ ਇਹ ਵੀ ਹੈ ਕਿ ਮੌਜੂਦਾ ਸਮੇਂ 'ਚ 10 ਰਾਜ ਸਭਾ ਮੈਂਬਰ ਨੇ ਆਮ ਆਦਮੀ ਪਾਰਟੀ ਦੇ ਕੋਲ। 7 ਸੀਟਾਂ ਪੰਜਾਬ ਦੀਆਂ ਨੇ, 7 ਦੀਆਂ 7 ਆਮ ਆਦਮੀ ਪਾਰਟੀ ਦੇ ਕੋਲ ਨੇ, ਤੇ 3 ਦਿੱਲੀ ਦੀਆਂ ਸੀਟਾਂ ਵੀ ਆਮ ਆਦਮੀ ਪਾਰਟੀ ਦੇ ਕੋਲ ਨੇ। ਤਾਂ ਆਮ ਆਦਮੀ ਪਾਰਟੀ ਉਪ ਰਾਸ਼ਟਰਪਤੀ ਚੋਣਾਂ ਦੇ ਵਿੱਚ ਸਮਰਥਨ ਕਰੇਗੀ ਵਿਰੋਧੀ ਧਿਰ ਦੇ ਉਮੀਦਵਾਰ ਮਾਰਗਰੇਟ ਅਲਵਾ ਦਾ। ਹੁਣ ਅੱਗੇ ਵਧਦੇ ਹਾਂ ਤੇ ਗੱਲ ਪੰਜਾਬ ਦੀ, ਪੰਜਾਬ ਦੇ ਲੋਕਾਂ ਦੀ ਤੇ ਉਹਨਾਂ ਨੂੰ ਮਿਲ ਰਹੀਆਂ ਸਹੂਲਤਾਂ ਦੀ। 1 ਅਗਸਤ ਤੋਂ ਚੰਡੀਗੜ੍ਹ ਦੇ ਪੀਜੀਆਈ ਦੇ ਵਿੱਚ ਪੰਜਾਬ ਦੇ ਲੋਕਾਂ ਦਾ ਮੁਫਤ ਇਲਾਜ ਨਹੀਂ ਕੀਤਾ ਜਾ ਰਿਹਾ। ਆਯੁਸ਼ਮਾਨ ਯੋਜਨਾ ਦੇ ਤਹਿਤ ਪੰਜਾਬ ਦੇ ਮਰੀਜ਼ਾਂ ਦਾ ਮੁਫਤ ਇਲਾਜ ਬੰਦ ਕਰ ਦਿੱਤਾ ਗਿਆ ਹੈ, ਕਿਉਂਕਿ ਪੰਜਾਬ ਸਰਕਾਰ ਦੇ ਉੱਤੇ 16 ਕਰੋੜ ਰੁਪਏ ਦੀ ਰਾਸ਼ੀ ਬਕਾਇਆ ਹੈ, ਜਿਸ ਦਾ ਭੁਗਤਾਨ ਨਹੀਂ ਹੋਇਆ।
21 ਦਸੰਬਰ 2021 ਤੋਂ ਸਰਕਾਰ ਨੇ ਪੈਸੇ ਨਹੀਂ ਦਿੱਤੇ, ਜਿਸ ਦੀ ਵਜ੍ਹਾ ਨਾਲ ਪੀਜੀਆਈ ਦੇ ਵਿੱਚ ਪੰਜਾਬ ਦੇ ਮਰੀਜ਼ਾਂ ਦਾ ਮੁਫਤ ਇਲਾਜ ਬੰਦ ਕਰ ਦਿੱਤਾ ਗਿਆ। ਇਸ ਤੋਂ ਪਹਿਲਾਂ ਚੰਡੀਗੜ੍ਹ ਦੇ ਸੈਕਟਰ 32 ਨੇ ਮਰੀਜ਼ਾਂ ਦੇ ਮੁਫਤ ਇਲਾਜ ਦੇ ਉੱਤੇ ਰੋਕ ਲਗਾ ਦਿੱਤੀ ਸੀ। ਪੰਜਾਬ ਸਰਕਾਰ ਤੇ ਸੈਕਟਰ 32 ਦੇ ਹਸਪਤਾਲ ਦਾ 2 ਕਰੋੜ 20 ਲੱਖ ਰੁਪਏ ਦਾ ਬਕਾਇਆ ਹੈ। ਵਿਰੋਧੀ ਇਸ ਨੂੰ ਸਰਕਾਰ ਦੀ ਨਲਾਇਕੀ ਦੱਸ ਰਹੇ ਨੇ। ਆਪ ਸਰਕਾਰ ਦੀ ਨਲਾਇਕੀ ਦਾ ਇੱਕ ਹੋਰ ਉਦਾਹਰਨ ਸਾਹਮਣੇ ਆਇਆ ਹੈ ਕਿ ਪੀਜੀਆਈ ਨੇ 1 ਅਗਸਤ ਤੋਂ ਪੰਜਾਬ ਦੇ ਮਰੀਜ਼ਾਂ ਦਾ ਆਯੁਸ਼ਮਾਨ ਯੋਜਨਾ ਦੇ ਤਹਿਤ ਇਲਾਜ ਕਰਨਾ ਬੰਦ ਕਰ ਦਿੱਤਾ, ਕਿਉਂਕਿ 21 ਦਸੰਬਰ 2021 ਤੋਂ ਬਾਅਦ ਹੁਣ ਤੱਕ ਜਿੰਨੇ ਮਰੀਜ਼ਾਂ ਦਾ ਇਲਾਜ ਪੀਜੀਆਈ ਨੇ ਆਯੁਸ਼ਮਾਨ ਯੋਜਨਾ ਦੇ ਤਹਿਤ ਕੀਤਾ, ਉਹਦਾ ਲਗਭਗ 16 ਕਰੋੜ ਰੁਪਇਆ ਬਕਾਇਆ ਜਿਹੜਾ ਪੰਜਾਬ ਸਰਕਾਰ ਨੇ ਪੀਜੀਆਈ ਨੂੰ ਨਹੀਂ ਦਿੱਤਾ। ਆਯੁਸ਼ਮਾਨ ਯੋਜਨਾ ਪੰਜਾਬ ਦੀ ਘੱਟ ਤੋਂ ਘੱਟ 65% ਆਬਾਦੀ ਨੂੰ ਵਿੱਤੀ ਮਦਦ ਦੇਣ ਦੇ ਲਈ ਡਿਜ਼ਾਈਨ ਕੀਤੀ ਗਈ। ਇਹ ਇੱਕ ਸਿਹਤ ਬੀਮਾ ਕਵਰ ਹੈ ਜਿਸ ਦੇ ਵਿੱਚ 5 ਲੱਖ ਰੁਪਏ ਹਰ ਸਾਲ ਸਰਕਾਰੀ ਅਤੇ ਪੈਨਲ ਦੇ ਵਿੱਚ ਸ਼ਾਮਲ ਪ੍ਰਾਈਵੇਟ ਹਸਪਤਾਲਾਂ ਦੇ ਵਿੱਚ ਕੈਸ਼ਲੈਸ ਅਤੇ ਪੇਪਰਲੈਸ ਇਲਾਜ ਮੁਹੱਈਆ ਕਰਵਾਉਂਦੀ ਹੈ। ਕਾਬਿਲ ਗੌਰ ਹੈ ਕਿ ਪੰਜਾਬ ਦੇ ਵਿੱਚ ਵੀ ਇਸ ਸਮੇਂ ਜੋ ਜਾਣਕਾਰੀ ਹੈ ਕਿ ਆਯੁਸ਼ਮਾਨ ਯੋਜਨਾ ਦੇ ਤਹਿਤ ਇਲਾਜ ਨਹੀਂ ਹੋ ਰਿਹਾ। ਤੇ ਦੂਜੇ ਪਾਸੇ ਤੁਹਾਨੂੰ ਇਹ ਵੀ ਦੱਸ ਦਈਏ ਕਿ ਕਾਂਗਰਸ ਆਪਣੇ ਕਾਰਜਕਾਲ ਦੇ ਦੌਰਾਨ ਦਾਅਵਾ ਕਰਦੀ ਹੈ ਕਿ ਅਸੀਂ ਕੇਂਦਰ ਦੀ ਸਕੀਮ ਨੂੰ ਜੋ ਕੁਝ ਲੱਖ ਤੱਕ ਲੋਕਾਂ ਤੱਕ ਪਹੁੰਚਣੀ ਸੀ, ਪਰਿਵਾਰਾਂ ਤੱਕ, ਉਸ ਨੂੰ ਵਧਾ ਕੇ ਕਰੀਬ 40 ਲੱਖ ਤੋਂ ਜ਼ਿਆਦਾ ਪਰਿਵਾਰਾਂ ਤੱਕ ਅਸੀਂ ਲੈ ਕੇ ਗਏ। ਇਸ ਨੂੰ ਲੈ ਕੇ ਹੁਣ ਵਿਵਾਦ ਵੀ ਹੈ। ਉਧਰ ਨਿਊਜ਼ 18 ਦੇ ਉੱਤੇ ਖਬਰ ਨਸ਼ਰ ਹੋਣ ਤੋਂ ਬਾਅਦ ਕਿ ਪੀਜੀਆਈ ਦੇ ਵਿੱਚ ਪੰਜਾਬ ਦੇ ਲੋਕਾਂ ਦਾ ਮੁਫਤ ਇਲਾਜ ਨਹੀਂ ਹੋ ਰਿਹਾ, ਤਾਂ ਇਸ ਖਬਰ ਦੇ ਨਸ਼ਰ ਹੋਣ ਤੋਂ ਬਾਅਦ ਖਜ਼ਾਨਾ ਮੰਤਰੀ ਦਾ ਬਿਆਨ ਸਾਹਮਣੇ ਆਇਆ ਹੈ। ਆਯੁਸ਼ਮਾਨ ਯੋਜਨਾ ਦੇ ਉੱਤੇ ਐਕਸ਼ਨ ਦੇ ਵਿੱਚ ਹੈ ਸਰਕਾਰ। ਇੱਕ ਖਜ਼ਾਨਾ ਮੰਤਰੀ ਕਹਿ ਰਹੇ ਨੇ, ਖਜ਼ਾਨਾ ਮੰਤਰੀ ਹਰਪਾਲ ਚੀਮਾ ਦੇ ਵੱਲੋਂ ਸਟੇਟਮੈਂਟ ਦਿੱਤੀ ਗਈ ਤੇ ਉਹਨਾਂ ਨੇ ਕਿਹਾ ਕਿ ਪੀਜੀਆਈ ਨੂੰ ਜਿਹੜੇ ਆਯੁਸ਼ਮਾਨ ਯੋਜਨਾ ਦਾ ਬਕਾਇਆ ਹੈ, ਜੋ ਪੈਸੇ ਨੇ ਉਹ ਭੇਜ ਦਿੱਤੇ ਗਏ ਨੇ, ਬਾਕੀ ਸਰਕਾਰੀ ਹਸਪਤਾਲਾਂ ਨੂੰ ਵੀ ਅਦਾਇਗੀ ਕਰ ਦਿੱਤੀ ਗਈ ਹੈ। ਕੱਲ ਤੋਂ ਯਾਨੀ ਕਿ ਵੀਰਵਾਰ ਤੋਂ ਇੱਕ ਵਾਰ ਫਿਰ ਤੋਂ ਮੁਫਤ ਇਲਾਜ ਸ਼ੁਰੂ ਹੋ ਜਾਏਗਾ। ਪੈਸੇ ਨਾ ਮਿਲਣ ਕਰਕੇ ਰੋਕਿਆ ਗਿਆ ਸੀ ਇਲਾਜ। ਚੰਡੀਗੜ੍ਹ ਦੇ ਵਿੱਚ ਪੀਜੀਆਈ ਦਾ ਅਸੀਂ ਜ਼ਿਕਰ ਕਰੀਏ ਤਾਂ ਪੀਜੀਆਈ 'ਚ ਪੰਜਾਬ ਭਰ ਦੇ ਜਿਹੜੇ ਸੀਰੀਅਸ ਕੇਸਿਸ ਹੁੰਦੇ ਨੇ ਉਹ ਦੂਰ ਤੋਂ ਰੈਫਰ ਕਰ ਦਿੱਤੇ ਜਾਂਦੇ ਨੇ ਚੰਡੀਗੜ੍ਹ ਪੀਜੀਆਈ ਦੇ ਵਿੱਚ। ਬਹੁਤ ਵੱਡਾ ਹਸਪਤਾਲ, ਪੂਰੇ ਪੰਜਾਬ ਦੇ, ਹਰਿਆਣਾ ਦੇ, ਹਿਮਾਚਲ ਪ੍ਰਦੇਸ਼, ਜੰਮੂ ਕਸ਼ਮੀਰ ਤੱਕ ਦੇ ਲੋਕ ਇੱਥੇ ਪਹੁੰਚਦੇ ਨੇ। ਉੱਥੇ ਸੈਕਟਰ 32 ਦੇ ਵਿੱਚ ਵੀ ਜਿਨ੍ਹਾਂ ਦੇ ਘਰ ਕੋਈ ਦਿੱਕਤ ਹੁੰਦੀ ਹੈ ਕਿਸੇ ਪਰਿਵਾਰਕ ਮੈਂਬਰ ਨੂੰ, ਤਾਂ ਆਪਣੇ ਪਰਿਵਾਰਕ ਮੈਂਬਰ ਨੂੰ ਇੱਥੇ ਲੈ ਕੇ ਪਹੁੰਚਦੇ ਨੇ ਇਲਾਜ ਦੇ ਲਈ। ਪਰ ਇੱਥੇ ਜਿਹੜਾ ਫ੍ਰੀ ਇਲਾਜ, ਜਿਹੜੀ ਆਯੁਸ਼ਮਾਨ ਸਕੀਮ ਦਾ ਕਾਰਡ ਲੈ ਕੇ ਪਹੁੰਚਦੇ ਸੀ ਕਿ ਉੱਥੇ ਹੁਣ ਫ੍ਰੀ 'ਚ ਇਲਾਜ ਹੋ ਜਾਏਗਾ, ਉਸ ਕਾਰਡ ਦੀ ਵਜ੍ਹਾ ਦੇ ਨਾਲ ਉਹ ਨਹੀਂ ਹੋ ਰਿਹਾ। ਹਾਲਾਂਕਿ ਹੁਣ ਸਰਕਾਰ ਦੇ ਮੰਤਰੀ ਦਾਅਵਾ ਕਰ ਰਹੇ ਨੇ ਕਿ ਅਸੀਂ ਪੈਸਿਆਂ ਦੀ ਅਦਾਇਗੀ ਕਰ ਦਿੱਤੀ ਹੈ, ਵੀਰਵਾਰ ਤੋਂ ਮੁਫਤ ਇਲਾਜ ਪਹਿਲਾਂ ਦੀ ਤਰ੍ਹਾਂ ਸ਼ੁਰੂ ਹੋ ਜਾਏਗਾ। ਜਿੰਨੇ ਵੀ ਬਕਾਏ ਪੰਜਾਬ ਸਰਕਾਰ ਵੱਲ ਪੈਂਡਿੰਗ, ਚਾਹੇ ਸਰਕਾਰੀ ਹਸਪੀਟਲ ਦੇ ਸੀ ਚਾਹੇ ਸਰਕਾਰੀ ਦੇ ਸੀਗੇ, ਉਹਨਾਂ ਵਿੱਚੋਂ ਜਿਹੜੇ ਸਰਕਾਰੀ ਹਸਪੀਟਲ ਦੇ ਸੀਗੇ ਉਹ ਸਾਰੇ ਜਾਰੀ ਕਰ ਦਿੱਤੇ ਗਏ ਨੇ। ਕਿ ਜਿਹੜੇ ਪ੍ਰਾਈਵੇਟ ਦੀ ਗੱਲ ਆ ਗਈ, ਉਹਨਾਂ ਵਿੱਚੋਂ ਕਈ ਜਗ੍ਹਾ ਤੇ ਜਿਹੜੀਆਂ ਥੋੜ੍ਹੀਆਂ ਬਹੁਤੀਆਂ ਬਹੁਤ ਸਾਰੀਆਂ ਕੰਪਲੇਂਟ ਆ ਰਹੀਆਂ ਸੀ, ਉਹਨਾਂ ਦੀ ਜਿਹੜੀ ਜਾਂਚ ਵੀ ਹੋ ਰਹੀ ਹੈ। ਔਰ ਦੂਜੇ ਪਾਸੇ ਇਹ ਸਕੀਮ ਸੀ ਜਿਹੜੀ ਇਹ ਪੁਰਾਣੀ ਸਰਕਾਰ, ਕਾਂਗਰਸ ਪਾਰਟੀ ਦੀ ਸਰਕਾਰ ਨੇ 29 ਦਸੰਬਰ 2021 ਨੂੰ ਉਸ ਸਮੇਂ ਜਿਹੜਾ ਕਗਾਰ ਇੰਸ਼ੋਰੈਂਸ ਕੰਪਨੀ ਦੇ ਨਾਲ ਹੋਇਆ ਸੀ, ਜਿਹੜਾ ਸਮਝੌਤਾ ਇੰਸ਼ੋਰੈਂਸ ਕੰਪਨੀ ਨਾਲ ਹੋਇਆ ਸੀਗਾ, ਉਹ ਰੱਦ ਕੀਤਾ ਸੀਗਾ। ਔਰ ਉਸ ਤੋਂ ਬਾਅਦ ਟਰਸਟ ਮੋਡ ਤੇ ਚੱਲ ਰਹੀ ਆ। ਅਸੀਂ ਲਗਾਤਾਰ ਪੈਸੇ ਦੇ ਰਹੇ ਹਾਂ, ਜਿੱਥੇ ਵੀ ਕਿਤੇ ਪੈਸੇ ਰਹਿ ਗਏ ਉਹ ਜਾਰੀ ਹੋ ਰਹੇ ਨੇ। ਤਾਂ ਉਮੀਦ ਕੀਤੀ ਜਾ ਸਕਦੀ ਹੈ ਕਿ ਵੀਰਵਾਰ ਤੋਂ ਮੁਫਤ ਇਲਾਜ ਵਾਲੀ ਸਹੂਲਤ ਜੋ ਕਾਰਡ ਦਿਖਾ ਕੇ ਹੋ ਰਹੀ ਸੀ ਉਹ ਤੁਹਾਨੂੰ ਮਿਲਣੀ ਸ਼ੁਰੂ ਹੋ ਜਾਏਗੀ। ਖਾਸ ਤੌਰ ਤੇ ਉਹਨਾਂ ਲੋਕਾਂ ਨੂੰ ਫਾਇਦਾ ਹੋਵੇ ਜਿਨ੍ਹਾਂ ਦੇ ਪਰਿਵਾਰਕ ਮੈਂਬਰ ਇਸ ਸਮੇਂ ਬਿਮਾਰ ਨੇ ਤੇ ਉਹ ਸਮਰੱਥ ਫਾਈਨੈਂਸ਼ੀਅਲੀ ਇੰਨੇ ਨਹੀਂ ਨੇ ਕਿ ਪੈਸੇ ਖਰਚ ਕਰਕੇ ਇਲਾਜ ਕਰਵਾ ਸਕਣ। ਖੈਰ, ਜਦੋਂ ਫ੍ਰੀ ਇਲਾਜ ਬੰਦ ਹੋਵੇ, ਖਬਰ ਨਸ਼ਰ ਹੋਣ ਤੋਂ ਬਾਅਦ ਐਕਸ਼ਨ 'ਚ ਸਰਕਾਰ ਆਵੇ ਤੇ 24 ਘੰਟਿਆਂ ਦੇ ਵਿੱਚ ਮੁੜ ਤੋਂ ਸਹੂਲਤ ਸ਼ੁਰੂ ਕਰਨ ਦਾ ਦਾਅਵਾ ਵੀ ਕੀਤਾ ਜਾਵੇ, ਫਿਰ ਫਰਕ ਤਾਂ ਪੈਂਦਾ ਹੈ। ਹੁਣ ਅੱਗੇ ਵੱਲਦੇ ਹਾਂ ਤੇ ਅੱਗੇ ਖਬਰ ਕਾਮਨਵੈਲਥ ਗੇਮਸ ਦੇ ਨਾਲ ਜੁੜੀ ਹੋਈ। ਕਾਮਨਵੈਲਥ ਗੇਮਸ ਦੇ ਵਿੱਚ ਪੰਜਾਬੀਆਂ ਦੀ ਚੜ੍ਹਤ ਬਰਕਰਾਰ ਹੈ। ਵੇਟ ਲਿਫਟਿੰਗ ਦੇ ਵਿੱਚ ਇੱਕ ਹੋਰ ਮੈਡਲ ਆ ਗਿਆ। ਲਵਪ੍ਰੀਤ ਮੈਡਲ ਲੈ ਕੇ ਆਏ ਨੇ ਔਰ ਬ੍ਰੌਂਜ਼ ਮੈਡਲ ਉਹਨਾਂ ਨੇ ਆਪਣੇ ਨਾਮ ਕੀਤਾ। 109 ਕਿਲੋ ਕੈਟਾਗਰੀ ਦੇ ਵਿੱਚ ਇਹ ਬ੍ਰੌਂਜ਼ ਮੈਡਲ ਆਪਣੇ ਨਾਮ ਕੀਤਾ। ਅੰਮ੍ਰਿਤਸਰ ਦੇ ਰਹਿਣ ਵਾਲੇ ਨੇ ਲਵਪ੍ਰੀਤ ਸਿੰਘ ਤੇ ਕਾਮਨਵੈਲਥ ਗੇਮਸ ਦੇ ਵਿੱਚ ਜ਼ਬਰਦਸਤ ਪ੍ਰਦਰਸ਼ਨ ਜਾਰੀ ਹੈ। ਖੇਡ ਮੰਤਰੀ ਮੀਤ ਖੇਰ ਨੇ ਲਵਪ੍ਰੀਤ ਨੂੰ ਮੁਬਾਰਕਬਾਦ ਦਿੱਤੀ ਹੈ। ਕਾਮਨਵੈਲਥ ਦੇ ਵਿੱਚ ਭਾਰਤ ਹੁਣ ਤੱਕ 14 ਮੈਡਲ ਆਪਣੇ ਨਾਮ ਕਰ ਚੁੱਕਿਆ, ਜਿਨ੍ਹਾਂ ਦੇ ਵਿੱਚ 5 골ਡ ਨੇ, 5 ਸਿਲਵਰ ਨੇ, 4 ਕਾਂਸੀ ਦੇ ਤਮਗੇ ਵੀ ਸ਼ਾਮਲ ਨੇ। ਇਸ ਤੋਂ ਪਹਿਲਾਂ ਲੁਧਿਆਣਾ ਦੇ ਵਿਕਾਸ ਠਾਕੁਰ ਨੇ ਵੀ ਵੇਟ ਲਿਫਟਿੰਗ ਦੇ ਵਿੱਚ ਸਿਲਵਰ ਮੈਡਲ ਦੇਸ਼ ਦੇ ਨਾਮ ਕਰਵਾਇਆ। ਜਿੱਤ ਜਿੰਨੀ ਸ਼ਾਨਦਾਰ ਸੀ, ਜਸ਼ਨ ਉਨਾ ਹੀ ਯਾਦਗਾਰ ਰਿਹਾ। ਧਮਾਕੇਦਾਰ ਪ੍ਰਦਰਸ਼ਨ ਤੋਂ ਬਾਅਦ ਵਿਕਾਸ ਨੇ ਸਿੱਧੂ ਮੂਸੇਵਾਲਾ ਦੇ ਅੰਦਾਜ਼ ਦੇ ਵਿੱਚ ਜਸ਼ਨ ਮਨਾਇਆ। ਵਿਕਾਸ ਠਾਕੁਰ ਸਿੱਧੂ ਮੂਸੇਵਾਲਾ ਦੇ ਵੱਡੇ ਫੈਨ ਨੇ। ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਮੈਡਲ ਸੈਰੇਮਨੀ ਦੇ ਦੌਰਾਨ ਵਿਕਾਸ ਠਾਕੁਰ ਨੇ ਮੂਸੇਵਾਲਾ ਦੇ ਅੰਦਾਜ਼ ਦੇ ਵਿੱਚ ਹੀ ਥਾਪੀ ਮਾਰ ਕੇ ਜਿੱਤ ਸੈਲੀਬ੍ਰੇਟ ਕੀਤੀ।
ਵਿਕਾਸ ਠਾਕੁਰ ਨੇ ਕਾਮਨਵੈਲਥ ਗੇਮਸ ਦੇ ਵਿੱਚ ਆਪਣੀ ਹੈਟ੍ਰਿਕ ਪੂਰੀ ਕੀਤੀ ਹੈ। ਨਾਲ ਹੀ ਮਾਂ ਦੇ ਨਾਲ ਕੀਤਾ ਗਿਆ ਵਾਅਦਾ ਵੀ ਪੂਰਾ ਕੀਤਾ। ਵਿਕਾਸ ਠਾਕੁਰ ਨੇ ਆਪਣੀ ਮਾਂ ਦੇ ਨਾਲ ਵਾਅਦਾ ਕੀਤਾ ਸੀ ਕਿ ਮਾਂ ਦੇ ਜਨਮ ਦਿਵਸ ਦੇ ਉੱਤੇ ਉਸ ਦਾ ਫਾਈਨਲ ਹੋਵੇਗਾ ਅਤੇ ਉਸੇ ਦਿਨ ਵਿਕਾਸ ਨੇ ਮਾਂ ਆਸ਼ਾ ਠਾਕੁਰ ਦੀ ਝੋਲੀ ਦੇ ਵਿੱਚ ਮੈਡਲ ਪਾਉਣ ਦੀ ਉਹਨਾਂ ਦੀ ਮੁਰਾਦ ਪੂਰੀ ਕੀਤੀ। बोला उसने भी मम्मी आपके जन्मदिन में है, उस दिन मेरा कंपटीशन है। मैं कहा बेटा बस गिफ्ट ले आना, कोई भी ले आना, चाहे कैसा भी मेडल हो, सबसे बड़ा गिफ्ट में एक मेडल लेके जरूर आना बेटा। और आज उसने मेरी ना मनोकामना पूरी कर दी। ਵਿਕਾਸ ਨੇ ਪਹਿਲਾਂ 2014 ਦੇ ਵਿੱਚ ਸਿਲਵਰ, 2018 ਦੇ ਵਿੱਚ ਬ੍ਰੌਂਜ਼ ਅਤੇ ਹੁਣ 2022 ਦੇ ਵਿੱਚ ਸਿਲਵਰ ਮੈਡਲ ਜਿੱਤ ਕੇ ਦੇਸ਼ ਅਤੇ ਪਰਿਵਾਰ ਦਾ ਨਾਮ ਰੌਸ਼ਨ ਕੀਤਾ ਹੈ। ਤਾਂ ਮੈਡਲ ਜਿੱਤਣ ਦਾ ਸਿਲਸਿਲਾ ਜਾਰੀ ਹੈ, ਪਰ ਜਦੋਂ ਪੁੱਤ ਆਪਣੀ ਮਾਤਾ ਦੇ ਜਨਮ ਦਿਨ ਦੇ ਉੱਤੇ ਮੈਡਲ ਵਰਗਾ ਤੋਹਫਾ ਦੇਵੇ ਫਿਰ ਪਰਿਵਾਰ 'ਚ ਖੁਸ਼ੀ ਵੀ ਹੁੰਦੀ ਹੈ ਤੇ ਫਰਕ ਵੀ ਪੈਂਦਾ ਹੈ। ਉਧਰ ਫਾਜ਼ਿਲਕਾ ਦੇ ਵਿਧਾਇਕ ਨਰਿੰਦਰ ਸਭਨਾ ਨੇ ਨਵਾਂ ਮੁਬੇਕੀ ਪਿੰਡ ਦੇ ਵਿੱਚ ਛਾਪਾ ਮਾਰਿਆ ਅਤੇ ਵਿਕਾਸ ਕਾਰਜਾਂ ਦੇ ਵਿੱਚ ਹੋ ਰਹੇ ਘਟੀਆ ਮਟੀਰੀਅਲ ਦੇ ਇਸਤੇਮਾਲ ਨੂੰ ਦੇਖ ਕੇ ਵਿਧਾਇਕ ਸਾਹਿਬ ਨੂੰ ਗੁੱਸਾ ਆ ਗਿਆ। ਹੋਇਆ ਕੁਝ ਇਸ ਤਰ੍ਹਾਂ ਕਿ ਪਿੰਡ ਦੇ ਵਿੱਚ ਗਲੀਆਂ ਦਾ ਨਿਰਮਾਣ ਚੱਲ ਰਿਹਾ ਸੀ ਅਤੇ ਜਦੋਂ ਵਿਧਾਇਕ ਇੱਥੇ ਪਹੁੰਚੇ ਤਾਂ ਖੁਦ ਫਾਵੜਾ ਲੈ ਕੇ ਖੁਦਾਈ ਸ਼ੁਰੂ ਕਰ ਦਿੱਤੀ ਅਤੇ ਫਿਰ ਨਿਰਮਾਣ ਦੇ ਵਿੱਚ ਘਟੀਆ ਮਟੀਰੀਅਲ ਨਜ਼ਰ ਆਇਆ ਤਾਂ ਉੱਥੇ ਮੌਜੂਦ ਜ਼ਿੰਮੇਵਾਰ ਸ਼ਖਸ ਨੂੰ ਝਾੜ ਪਾਈ ਗਈ। यार क्या ਕੰਮ ਜ਼ਿੰਮੇਵਾਰ ਤੁਸੀਂ ਹੋ, ਆਪਾਂ ਨਿਗਰਾਨੀ ਨਹੀਂ ਕਰਨੀ, ਚੈੱਕ ਨਹੀਂ ਕਰਨੀ। ਇਹ ਕੀ ਚੱਲੀ ਜਾਂਦਾ? ਇਹ ਜ਼ਿੰਮੇਵਾਰ ਤੁਹਾਡੀ ਹੈ ਨਾ। ਵਿਧਾਇਕ ਨੇ ਸਰਪੰਚ ਅਤੇ ਸੰਬੰਧਿਤ ਅਧਿਕਾਰੀਆਂ ਦੇ ਉੱਤੇ ਕਾਰਵਾਈ ਦੇ ਹੁਕਮ ਵੀ ਦੇ ਦਿੱਤੇ ਨੇ। ਇੱਡਾ ਵੱਡਾ ਗਲਤ ਕੰਮ ਕੀਤਾ ਜਾ ਰਿਹਾ ਹੈ। ਮੈਂ ਵੀਡੀਓ ਸਾਹਿਬ ਨੂੰ ਹੁਣੇ ਹੀ ਹਦਾਇਤ ਕੀਤੀ ਹੈ, ਹੁਣ ਜਲਦੀ ਤੋਂ ਜਲਦੀ ਇਹ ਜਿਹੜਾ ਸਰਪੰਚ ਗਲਤ ਕੰਮ ਕਰ ਰਿਹਾ ਹੈ ਉਹਦੇ ਤੇ ਕਾਰਵਾਈ ਕੀਤੀ ਜਾਵੇ। ਦਰਅਸਲ ਵਿਧਾਇਕ ਨੂੰ ਪਿੰਡ ਦੇ ਲੋਕਾਂ ਨੇ ਗਲੀਆਂ ਦੇ ਨਿਰਮਾਣ ਦੇ ਵਿੱਚ ਘਟੀਆ ਸਮੱਗਰੀ ਦੇ ਇਸਤੇਮਾਲ ਦੀ ਸ਼ਿਕਾਇਤ ਦਿੱਤੀ ਸੀ, ਜਿਸ ਤੋਂ ਬਾਅਦ ਵਿਧਾਇਕ ਸਾਹਿਬ ਵਿਕਾਸ ਕਾਰਜਾਂ ਦਾ ਜਾਇਜ਼ਾ ਲੈਣ ਪਹੁੰਚੇ ਹੋਏ ਸਨ। ਖੈਰ ਆਮ ਤੌਰ ਤੇ ਸੜਕਾਂ ਬਣ ਜਾਂਦੀਆਂ ਨੇ ਤੇ ਉਸ ਤੋਂ ਬਾਅਦ ਜਦੋਂ ਟੁੱਟਦੀਆਂ ਨੇ ਤਾਂ ਫਿਰ ਯਾਦ ਆਉਂਦਾ ਕਿ ਇੱਥੇ ਤਾਂ ਮਟੀਰੀਅਲ ਘਟੀਆ ਪਿਆ ਹੋਇਆ ਹੈ। ਖੈਰ ਜਦੋਂ ਸੜਕ ਬਣਦੀ ਦੇ ਵਿਚਾਲੇ ਹੀ ਪਹੁੰਚ ਜਾਣ ਵਿਧਾਇਕ ਤੇ ਉੱਥੇ ਜਾ ਕੇ ਦੱਸਣ ਕਿ ਇਹ ਇਸ ਤਰੀਕੇ ਦਾ ਮਟੀਰੀਅਲ ਨਹੀਂ ਇਸਤੇਮਾਲ ਹੋਣਾ ਚਾਹੀਦਾ ਤੇ ਕਾਰਵਾਈ ਔਰ ਜਾਂਚ ਦੀ ਗੱਲ ਵੀ ਕਰਨ, ਫਿਰ ਫਰਕ ਤਾਂ ਪੈਂਦਾ ਹੈ। ਉਧਰ ਮਲੇਰਕੋਟਲਾ ਦੇ ਵਿੱਚ ਇਸਲਾਮੀਆ ਸੀਨੀਅਰ ਸੈਕੰਡਰੀ ਸਕੂਲ ਦੇ ਵਿੱਚ ਬੱਚਿਆਂ ਨੂੰ ਪੜ੍ਹਾਇਆ ਨਹੀਂ ਜਾ ਰਿਹਾ, ਸਗੋਂ ਉਹਨਾਂ ਤੋਂ ਲੇਬਰ ਕਰਵਾਉਣ ਦਾ ਮਾਮਲਾ ਸਾਹਮਣੇ ਆਇਆ। ਵੈਸੇ ਤਾਂ ਬੱਚੇ ਸਕੂਲਾਂ ਦੇ ਵਿੱਚ ਸਿੱਖਿਆ ਲੈਣ ਆਉਂਦੇ ਨੇ, ਪੜ੍ਹਨ ਆਉਂਦੇ ਨੇ ਤੇ ਵੱਡੇ ਸੁਪਨੇ ਦੇਖਦੇ ਨੇ, ਪਰ ਮਲੇਰਕੋਟਲਾ ਦਾ ਇਸਲਾਮੀਆ ਸੀਨੀਅਰ ਸੈਕੰਡਰੀ ਸਕੂਲ ਜਿੱਥੇ ਬੱਚਿਆਂ ਨੂੰ ਪੜ੍ਹਾਇਆ ਨਹੀਂ ਸਿਖਾਇਆ ਜਾਂਦਾ ਹੈ ਤੇ ਸਿਖਾਇਆ ਕਿਵੇਂ? ਸਮੋਸਿਆਂ ਨੂੰ ਲਿਫਾਫੇ 'ਚ ਕਿਵੇਂ ਭਰਿਆ ਜਾਂਦਾ ਹੈ, ਲੱਡੂਆਂ ਨੂੰ ਕਿਵੇਂ ਲਿਫਾਫਿਆਂ ਦੇ ਵਿੱਚ ਪੈਕ ਕੀਤਾ ਜਾਂਦਾ ਹੈ। ਬੱਚੇ ਸਕੂਲ ਦੇ ਵਿੱਚ ਜਾਣ ਜਾਂ ਲੇਬਰ ਦਾ ਕੰਮ ਕਰਨ, ਜਿਸਨੇ ਵੀ ਇਹ ਕਾਨੂੰਨੀ ਹਰਕਤ ਕੀਤੀ ਹੈ। ਦੇਖੋ ਆਮ ਆਦਮੀ ਪਾਰਟੀ ਜਦ ਦੀ ਪੰਜਾਬ ਦੇ ਵਿੱਚ ਆਈ ਹੈ, ਦੋ ਮੁੱਦੇ ਲੈ ਕੇ ਚੱਲ ਰਹੀ ਹੈ, ਇੱਕ ਐਜੂਕੇਸ਼ਨ ਦਾ, ਇੱਕ ਹੈਲਥ ਦਾ। ਉਹ ਬੱਚਿਆਂ ਦੇ ਪੜ੍ਹਾਈ ਦਾ ਟਾਈਮ ਹੈ, ਪੜ੍ਹਾਈ ਦੇ ਟਾਈਮ ਉਹਨਾਂ ਕੋਲ ਲੇਬਰ ਦਾ ਕੰਮ ਲਿਆ ਜਾ ਰਿਹਾ ਹੈ। ਦਰਅਸਲ ਦੱਸਿਆ ਜਾ ਰਿਹਾ ਕਿ ਸਕੂਲ ਦੇ ਪ੍ਰਿੰਸੀਪਲ ਦੇ ਵੱਲੋਂ ਨਿੱਜੀ ਫੰਕਸ਼ਨ ਦੇ ਲਈ ਸਕੂਲ ਦੇ ਬੱਚਿਆਂ ਤੋਂ ਸਮੋਸੇ ਤੇ ਲੱਡੂਆਂ ਦੀ ਪੈਕਿੰਗ ਕਰਵਾਈ ਜਾ ਰਹੀ ਸੀ। ਸਿੱਖਣ ਲਈ ਆਓ, ਸੇਵਾ ਲਈ ਜਾਓ, ਅਕਸਰ ਸਕੂਲਾਂ ਦੇ ਬਾਹਰ ਲਿਖਿਆ ਹੁੰਦਾ ਹੈ, ਪਰ ਹੁਣ ਸਵਾਲ ਇਹੀ ਹੈ ਕਿ ਬੱਚੇ ਹੁਣ ਸਕੂਲਾਂ ਦੇ ਵਿੱਚ ਕੀ ਸਿੱਖਣ ਆਉਣ। ਲਾਜ਼ਮੀ ਤੌਰ ਤੇ ਕਿ ਬੱਚਿਆਂ ਨੂੰ ਉੱਥੇ ਪੈਕਿੰਗ ਸਿਖਾਈ ਜਾ ਰਹੀ ਹੈ, ਔਰ ਪੈਕਿੰਗ ਕਿਉਂ ਉੱਥੇ ਸਮੋਸੇ ਜਾਂ ਫਿਰ ਕੋਈ ਹੋਰ ਚੀਜ਼ ਦੀ ਪੈਕਿੰਗ ਕੀਤੀ ਜਾ ਰਹੀ ਸੀ, ਸਵਾਲ ਵੱਡੇ ਨੇ। ਹੁਣ ਗੱਲ MP ਸਿਮਰਨਜੀਤ ਸਿੰਘ ਮਾਨ ਦੀ। ਉਹਨਾਂ ਦੇ ਬੇਟੇ ਇਮਾਨ ਸਿੰਘ ਮਾਨ ਆਪਣੇ ਬਿਆਨ ਨੂੰ ਲੈ ਕੇ ਮੁੜ ਵਿਵਾਦਾਂ ਦੇ ਵਿੱਚ ਨੇ, ਜਿਸ ਤੋਂ ਬਾਅਦ ਉਹਨਾਂ ਨੇ ਮੁਆਫੀ ਮੰਗੀ। ਤੇ ਇਮਾਨ ਸਿੰਘ ਮਾਨ ਗੱਲ ਪੰਜਾਬੀ ਦੀ ਕਰ ਰਹੇ ਸੀ, ਉਹ ਗੱਲ ਪੰਜਾਬੀਅਤ ਦੀ ਕਰ ਰਹੇ ਸੀ, ਗੱਲ ਸੱਭਿਆਚਾਰ ਦੀ ਹੋ ਰਹੀ ਸੀ ਤੇ ਹੱਥ ਦੇ ਵਿੱਚ ਪੋਸਟਰ ਫੜ ਕੇ ਉਹ ਪੰਜਾਬੀ ਨੂੰ ਬਚਾਉਣ ਦੇ ਲਈ ਹੋਕਾ ਦੇ ਰਹੇ ਸਨ। ਗੱਲਾਂ ਤਾਂ ਹੋਰ ਹੋ ਰਹੀਆਂ ਸਨ, ਪਰ ਲੱਗਦਾ ਹੈ ਮਾਨ ਸਾਹਿਬ ਗੱਲਾਂ 'ਚ ਆਪਣੀ ਗੱਲ ਤੇ ਅਮਲ ਕਰਨਾ ਹੀ ਭੁੱਲ ਗਏ। ਜਿਸ ਤਖਤੀ ਨੂੰ ਉਹ ਦਿਖਾ ਰਹੇ ਸਨ ਉਹ ਅੰਗਰੇਜ਼ੀ ਦੇ ਵਿੱਚ ਸੀ, ਜੋ ਮੀਡੀਆ ਨੂੰ ਪ੍ਰੈਸ ਨੋਟ ਜਾਰੀ ਕੀਤਾ ਗਿਆ ਉਹ ਵੀ ਅੰਗਰੇਜ਼ੀ ਵਿੱਚ ਸੀ। ਸਾਡੀ ਪੰਜਾਬੀ ਬੋਲੀ, ਸਾਡਾ ਸੱਭਿਆਚਾਰ, ਸਾਡੀ ਲਿਪੀ, ਇਸ ਜੇ ਤੁਸੀਂ ਦੇਖੋਗੇ ਹਾਲਾਤ ਬਣੇ ਹੋਏ ਆ ਕਿ ਸਾਰਾ ਪੰਜਾਬ ਹੀ ਇਹ ਨਿਊਕਲੀਅਰ ਬੰਬਾਂ ਦਾ ਸ਼ਿਕਾਰ ਬਣਦਾ ਹੈ। ਉਧਰ ਅੰਗਰੇਜ਼ੀ ਭਾਸ਼ਾ ਨੂੰ ਤਰਜੀਹ ਦੇਣ ਵਾਲੇ ਤੇ ਪੰਜਾਬੀ ਦੀ ਗੱਲ ਕਰਨ ਵਾਲੇ ਇਮਾਨ ਸਿੰਘ ਮਾਨ ਨੂੰ ਨਿਊਜ਼ 18 ਦੇ ਪੱਤਰਕਾਰ ਨੇ ਸਵਾਲ ਵੀ ਪੁੱਛ ਲਿਆ, ਜਿਸ ਤੋਂ ਬਾਅਦ ਉਹਨਾਂ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਤੇ ਆਪਣੀ ਪੜ੍ਹਾਈ ਦਾ ਤਰਕ ਦਿੰਦਿਆਂ ਮੁਆਫੀ ਵੀ ਮੰਗ ਲਈ। ਮੌਕੇ ਤੇ ਇਹ ਗੱਲ ਤੁਹਾਡੀ ਠੀਕ ਹੈ ਕਿ ਮੈਨੂੰ ਅੰਗਰੇਜ਼ੀ ਜ਼ਿਆਦਾ ਆਉਂਦੀ ਹੈ ਤੇ ਇਹ ਮੇਰੇ 'ਚ ਘਾਟ ਹੈਗੀ ਜੀ, ਮੈਂ ਮਾਫੀ ਮੰਗਦਾ।
ਪਰ ਮੈਂ ਕੋਸ਼ਿਸ਼ ਕਰ ਰਿਹਾ ਤੇ ਇਹਦੇ ਨਾਲ ਜੁੜ ਕੇ ਅੱਗੇ ਵਧਣ ਦੀ। ਜਦੋਂ ਗੱਲ ਤਾਂ ਪੰਜਾਬੀ ਦੀ ਹੋਵੇ ਪਰ ਖੁਦ ਪੰਜਾਬੀ ਨੂੰ ਵਿਸਾਰ ਦਿੱਤਾ ਜਾਵੇ ਫਿਰ ਫਰਕ ਤਾਂ ਪੈਂਦਾ ਹੈ। ਪਟਿਆਲਾ ਦੇ ਵਿੱਚ ਇੱਕ ਬੱਚਾ ਬੈਂਕ ਤੋਂ 35 ਲੱਖ ਰੁਪਏ ਦੇ ਨਾਲ ਭਰਿਆ ਬੈਗ ਲੈ ਕੇ ਫਰਾਰ ਹੋ ਗਿਆ। ਇਹ ਬੱਚਾ ਪਟਿਆਲਾ ਦੇ ਵਿੱਚ ਸ਼ੇਰਾਵਾਲਾ ਗੇਟ ਦੇ ਸਟੇਟ ਬੈਂਕ ਆਫ ਇੰਡੀਆ ਦੀ ਮੇਨ ਬ੍ਰਾਂਚ ਦੇ ਵਿੱਚ ਵੜਦਾ ਹੈ ਤੇ ਬੈਂਕ ਦੇ ਵਿੱਚ ਰੁਪਏ ਦੇ ਨਾਲ ਭਰਿਆ ਹੋਇਆ ਰੱਖਿਆ ਬੈਗ ਲੈ ਕੇ ਫਰਾਰ ਹੋ ਜਾਂਦਾ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਬੈਗ ਬੈਂਕ ਮੁਲਾਜ਼ਮਾਂ ਨੇ ਏਟੀਐਮ ਦੇ ਵਿੱਚ ਕੈਸ਼ ਪਾਉਣ ਦੇ ਲਈ ਉੱਥੇ ਰੱਖਿਆ ਸੀ। ਬੱਚੇ ਦੇ ਨਾਲ ਇੱਕ ਹੋਰ ਵੀ ਸ਼ਖਸ ਬੈਂਕ ਦੇ ਵਿੱਚ ਸੀ ਜੋ ਪਹਿਲਾਂ ਤੋਂ ਹੀ ਉੱਥੇ ਬੈਠਾ ਸੀ ਤੇ ਅਜਿਹਾ ਮੰਨਿਆ ਜਾ ਰਿਹਾ ਹੈ ਕਿ ਉਸੀ ਨੇ ਬੱਚੇ ਨੂੰ ਬੈਗ ਚੁੱਕਣ ਦੇ ਲਈ ਕਿਹਾ ਹੋਵੇਗਾ। ਦੇ ਵਿੱਚ ਜਿਹੜੇ ਬੈਂਕ ਵਾਲਿਆਂ ਵੱਲੋਂ ਹੀ ਪੈਸੇ ਪਾ ਕੇ ਰੱਖੇ ਹੋਏ ਸੀ ਤਕਰੀਬਨ 35 ਲੱਖ ਰੁਪਈਆ। ਇੱਕ ਛੋਟਾ ਮੁੰਡਾ ਜਿਹੜਾ ਬੱਚਾ ਹੈ ਉਹ ਐਂਟਰ ਕਰਕੇ ਉਹ ਬੈਗ ਚੁੱਕ ਕੇ ਚੋਰੀ ਕਰਕੇ ਲੈ ਗਿਆ। ਫੁਟੇਜ ਤੋਂ ਕਲੀਅਰ ਹੋ ਰਿਹਾ 20-25 ਮਿੰਟ ਤੋਂ ਆਬਜ਼ਰਵ ਕਰ ਰਹੇ ਸੀਗੇ। ਉਹਨਾਂ ਨੇ ਦੇਖਿਆ ਵੀ ਕੈਸ਼ ਕਾਊਂਟਰ ਦੀ ਬੈਕ ਸਾਈਡ ਤੇ ਬੈਗ ਜਿਹੜਾ ਭਰ ਕੇ ਉਹ ਰੱਖਿਆ ਹੋਇਆ, ਇਹਦਾ ਮਤਲਬ ਉਹਦੇ ਵਿੱਚ ਕੈਸ਼ ਹੋ ਸਕਦਾ। ਬੱਚਾ ਬੈਂਕ ਦੇ ਵਿੱਚ ਵੜਦਾ ਤੇ ਗੇਟ ਤੋਂ ਬਾਹਰ ਜਾਂਦਾ ਸੀਸੀਟੀਵੀ ਦੇ ਵਿੱਚ ਨਜ਼ਰ ਆ ਰਿਹਾ ਹੈ। ਹੁਣ ਸੀਸੀਟੀਵੀ ਫੁਟੇਜ ਨੂੰ ਕਬਜ਼ੇ ਦੇ ਵਿੱਚ ਲੈ ਕੇ ਬੱਚੇ ਅਤੇ ਉਸ ਸ਼ਖਸ ਦੀ ਭਾਲ ਕਰ ਰਹੀ ਹੈ। ਇੱਕ ਚੀਜ਼ ਤਾਂ ਸਾਫ਼ ਹੈ ਕਿ ਬੱਚੇ ਦੇ ਪਿੱਛੇ ਕੋਈ ਨਾ ਕੋਈ ਜ਼ਰੂਰ ਹੈ। ਖੈਰ ਬੱਚਿਆਂ ਤੋਂ ਜਦੋਂ ਇਸ ਤਰੀਕੇ ਦਾ ਕੰਮ ਕਰਵਾਇਆ ਜਾਵੇ, ਜਦੋਂ ਉਹਨਾਂ ਦੀ ਉਮਰ ਪੜ੍ਹਨ ਲਿਖਣ ਦੀ ਹੁੰਦੀ ਹੈ ਔਰ ਇਸ ਰਾਹ ਦੇ ਉੱਤੇ ਤੋੜ ਦਿੱਤਾ ਜਾਵੇ ਕਿ ਉਹ ਚੋਰੀਆਂ ਕਰਨ ਲੱਗ ਪੈਣ, ਫਿਰ ਫਰਕ ਤਾਂ ਪੈਂਦਾ ਹੈ। ਉਧਰ ਇਮਾਨਦਾਰੀ ਦਾ ਵੀ ਹੁਣ ਜ਼ਿਕਰ ਕਰਾਂਗੇ। 35 ਲੱਖ ਦੀ ਚੋਰੀ ਦਿਖਾਈ ਹੈ, ਲੱਖਾਂ ਦੀ ਇਮਾਨਦਾਰੀ ਦਿਖਾਉਂਦੇ ਆ। ਕਿਹਾ ਜਾਂਦਾ ਕਿ ਇਮਾਨਦਾਰੀ ਸਭ ਤੋਂ ਚੰਗੀ ਨੀਤੀ ਹੈ। ਪਟਿਆਲਾ ਦੇ ਵਿੱਚ ਹੀ ਇਸ ਦੀ ਮਿਸਾਲ ਵੀ ਸਾਹਮਣੇ ਇਹ 500 ਦੇ ਨੋਟਾਂ ਦੀਆਂ ਗੱਡੀਆਂ ਜੋ ਇੱਕ ਟੇਬਲ ਦੇ ਉੱਤੇ ਪਈਆਂ ਹੋਈਆਂ ਨੇ। ਥੋੜੇ ਸਮੇਂ ਬਾਅਦ ਇਹਨਾਂ ਨੋਟਾਂ ਨੂੰ ਇੱਕ ਵਿਅਕਤੀ ਨੂੰ ਦਿੱਤਾ ਜਾ ਰਿਹਾ ਹੈ। ਇਹ ਨੋਟ ਜਿਸ ਦੇ ਨੇ ਉਸ ਦੇ ਕੋਲ ਪਹੁੰਚ ਗਏ। ਦਰਅਸਲ ਇਹ ਨੋਟ ਬੱਸ ਦੇ ਵਿੱਚੋਂ ਮਿਲੇ ਨੇ ਤੇ ਇਹਨਾਂ ਨੋਟਾਂ ਦੇ ਬੈਗ ਨੂੰ ਉਹ ਭੁੱਲ ਗਏ ਸਨ ਤੇ ਇਮਾਨਦਾਰੀ ਦੀ ਮਿਸਾਲ ਬਣੇ ਕੰਡਕਟਰ ਅਤੇ ਡਰਾਈਵਰ ਨੇ ਇਹਨਾਂ ਪੈਸਿਆਂ ਨੂੰ ਉਹਨਾਂ ਦੇ ਮਾਲਕ ਤੱਕ ਵਾਪਸ ਪਹੁੰਚਾ ਦਿੱਤਾ। ਇਹ ਨਹੀਂ ਪਤਾ ਹੁੰਦਾ ਵੀ ਕਿਵੇਂ ਕਿਸੇ ਦੀ ਮਜਬੂਰੀ ਹੈ ਕਿ ਜੀ ਕੋਈ ਕਿਵੇਂ ਕਾਹਦੇ ਵਾਸਤੇ ਲੈ ਕੇ ਆਵਾ, ਜਾਂ ਪੈਸੇ ਰਹਿ ਗਏ ਜਾਂ ਕਿਵੇਂ ਵੀ, ਕਿਸੇ ਨੇ ਮੋਬਾਈਲ ਹੈ ਕਿਵੇਂ ਲਿਆ ਕਿਨੇ ਨਹੀਂ ਲਿਆ ਜੀ। ਤੇ ਤੁਸੀਂ ਇਮਾਨਦਾਰੀ ਵਰਤਦੇ ਹੋਏ ਜੇ ਤੁਹਾਨੂੰ ਪਤਾ ਲੱਗਦਾ ਹੈ ਜੀ ਕਿਸੇ ਦਾ ਵੀ ਇਸ ਇਨਸਾਨ ਦਾ ਸਮਾਨ ਹੈ ਤਾਂ ਤੁਸੀਂ ਉਹ ਮੋੜ ਦਿਓ। ਜਿਸ ਨੂੰ ਪੈਸੇ ਵਾਪਸ ਮਿਲੇ ਉਹਨਾਂ ਦਾ ਕਹਿਣਾ ਕਿ ਅਸੀਂ ਤਾਂ ਉਮੀਦ ਖੋ ਚੁੱਕੇ ਸੀ, ਪਰ ਇਹਨਾਂ ਇਮਾਨਦਾਰ ਮੁਲਾਜ਼ਮਾਂ ਕਰਕੇ ਸਾਡੇ 4,30,000 ਰੁਪਏ ਵਾਪਸ ਮਿਲ ਗਏ। ड्राइवर का बहुत धन्यवाद जी। ईमानदार कोई बंदा देखा नहीं जी आज, मैं तो उम्मीद भी नहीं थी, मैं तो बेहोश वांगू गल हो गई थी। ਪੀਆਰਟੀਸੀ ਡਿਪਾਰਟਮੈਂਟ ਵੀ ਆਪਣੀ ਇਮਾਨਦਾਰ ਮੁਲਾਜ਼ਮਾਂ ਤੋਂ ਖੁਸ਼ ਹੈ। ਇਹਨਾਂ ਦੀ ਤਰੱਕੀ ਕਰਨ ਦੇ ਉੱਤੇ ਵੀ ਵਿਚਾਰ ਕੀਤਾ ਜਾ ਰਿਹਾ ਹੈ। ਖੈਰ ਪੈਸੇ ਰੱਖ ਲਏ ਜਾਂਦੇ ਤਾਂ ਡਰਾਈਵਰ ਔਰ ਕੰਡਕਟਰ ਨੂੰ ਪੁੱਛਣਾ ਤਾਂ ਕਿਸੇ ਨਹੀਂ ਸੀ। ਖੈਰ ਜਾਂਚ ਜੇ ਹੁੰਦੀ ਗੱਲ ਵੱਖਰੀ ਸੀ, ਪਰ 4 ਲੱਖ ਰੁਪਇਆ ਵਾਪਸ ਕਰਕੇ ਇੱਕ ਬਹੁਤ ਵੱਡੀ ਮਿਸਾਲ ਜ਼ਰੂਰ ਪੇਸ਼ ਕੀਤੀ ਹੈ। ਨਾਮ ਹੋਇਆ ਔਰ ਨਾਮ ਅਜਿਹਾ ਕਿ ਜਿਸ ਦੀ ਹਰ ਪਾਸੇ ਸ਼ਲਾਘਾ ਹੋ ਰਹੀ ਹੈ। ਖੈਰ ਜਦੋਂ ਲੱਖਾਂ ਰੁਪਏ ਦੇ ਹਰੇ ਹਰੇ ਨੋਟ ਦੇਖ ਕੇ ਵੀ ਦਿਲ ਨਾ ਡੋਲੇ, ਫਿਰ ਫਰਕ ਤਾਂ ਪੈਂਦਾ ਹੈ। ਫਿਲਹਾਲ ਇਜਾਜ਼ਤ ਦਿਓ, ਰਾਤ 9 ਵਜੇ ਫਰਕ ਤਾਂ ਪੈਂਦਾ ਦੇ ਵਿੱਚ ਮੁੜ ਤੋਂ ਮੁਲਾਕਾਤ ਹੋਏਗੀ। ਪੰਜਾਬ ਭਰ ਦੀਆਂ ਖਬਰਾਂ ਲੈ ਕੇ ਅਸੀਂ ਹਾਜ਼ਰ ਹੋਵਾਂਗੇ। ਤੁਸੀਂ ਬਣੇ ਰਹੋ ਨਿਊਜ਼ 18 ਪੰਜਾਬ ਦੇ।